ਇਹ ਕਿੰਨਾ ਸਮਾਂ ਹੋ ਗਿਆ ਸਰਕਾਰ ਨੇ ਤੁਹਾਨੂੰ ਪੇਮੈਂਟ ਨਹੀਂ ਕੀਤੀ ਤਾਂ ਕਿੰਨਾ ਬਕਾਇਆ ਹੈਗਾ? 29 ਦਸੰਬਰ 2021 ਤੋਂ ਬਾਅਦ ਇਹਨਾਂ ਨੇ ਸਾਨੂੰ ਕੋਈ ਪੇਮੈਂਟ ਨਹੀਂ ਕੀਤੀ। ਹਰ ਵਾਰੀ ਸਾਨੂੰ 10 ਦਿਨ, ਹਫਤਾ, 5 ਦਿਨ ਦੇ ਦਿਓ, ਅਸੀਂ ਤੁਹਾਡੇ ਇਹ ਸਾਰੀਆਂ ਪੇਮੈਂਟਸ ਕਲੀਅਰ ਕਰ ਦਿਆਂਗੇ। ਤੁਹਾਨੂੰ ਕਾਰਨ ਕੀ ਲੱਗਦਾ ਕਿ ਸਰਕਾਰ ਚੇਂਜ ਹੋਈ ਹੈ ਉਹਦੇ ਕਰਕੇ ਪੇਮੈਂਟਾਂ ਰੁਕ ਗਈਆਂ ਨੇ ਕਿ ਜਾਂ ਜਾਣਬੁੱਝ ਕੇ ਪੈਸਾ ਨਹੀਂ ਹੈਗਾ ਸਰਕਾਰ ਕੋਲ ਤਾਂ ਕਰਕੇ ਹਰਾਸਮੈਂਟ ਹੋ ਰਹੀ ਹੈ? ਜੇ ਪੈਸਾ ਨਾ ਹੋਵੇ ਤਾਂ ਬਾਕੀ ਕੰਮ ਇਹ ਕਿਵੇਂ ਕਰ ਰਹੇ ਨੇ? ਰੋਜ਼ ਡਿਕਲੇਅਰ ਕਿਵੇਂ ਕਰਦੇ ਨੇ? ਬਾਕੀ ਫਰੀਬੀਜ਼ ਕਿਵੇਂ ਦੇਈ ਜਾਂਦੇ ਨੇ? ਅਸੀਂ ਇਹ ਵੀ ਕਰਾਂਗੇ, ਅਸੀਂ ਉਹ ਵੀ ਕਰਾਂਗੇ। ਸਾਨੂੰ ਕਿਹਦੀ ਸਰਕਾਰ ਹੈ, ਸਾਨੂੰ ਇਸ ਗੱਲ ਤੱਕ ਨਹੀਂ ਮਤਲਬ। ਅਸੀਂ ਕੰਮ ਕੀਤਾ ਹੋਇਆ, ਸਾਡੀ ਪੇਮੈਂਟ ਸਾਨੂੰ ਹੋਵੇ ਬਸ। ਫਿਰ ਹੁਣ ਤੁਸੀਂ ਕਦੋਂ ਤੋਂ ਇਹ ਸਕੀਮ ਰੋਕ ਰਹੇ ਹੋ? ਅਸੀਂ ਸੋਮਵਾਰ ਤੋਂ। ਸਰਕਾਰ ਕਹਿੰਦੀ ਹੈ ਕਿ ਅਸੀਂ ਸਿਹਤ ਮਾਡਲ ਲੈ ਕੇ ਆਵਾਂਗੇ, ਚੰਗੀ ਸਿਹਤ ਸੁਵਿਧਾ ਜਿਹੜੀ ਦੇਵਾਂਗੇ, ਪਰ ਜੇਕਰ ਇਸ ਤਰੀਕੇ ਦੇ ਨਾਲ ਪੇਮੈਂਟਾਂ ਰੁਕਣ ਲੱਗ ਗਈਆਂ ਤਾਂ ਇਹ ਸਿਹਤ ਸੁਵਿਧਾ ਤਾਂ ਖਿਲਵਾੜ ਹੁੰਦਾ ਨਜ਼ਰ ਆਊਗਾ। ਫਿਰ ਇਹਦੀ ਜ਼ਿੰਮੇਵਾਰ ਤਾਂ ਫਿਰ ਸਰਕਾਰ ਹੀ ਹੋਊਗੀ ਜੀ। ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਲੱਖਾਂ ਲੋੜਵੰਦ ਪਰਿਵਾਰ ਵੱਖ-ਵੱਖ ਹਸਪਤਾਲਾਂ ਦੇ ਵਿੱਚੋਂ ਇਲਾਜ ਕਰਵਾ ਰਹੇ ਨੇ, ਪਰ ਹੁਣ IAMA ਦੇ ਵੱਲੋਂ ਇਹ ਸਕੀਮ ਚਾਲੂ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ। ਕਾਰਨ ਇਹ ਹੈ ਕਿ ਪਿਛਲੇ 5 ਮਹੀਨਿਆਂ ਤੋਂ ਕਰੋੜਾਂ ਰੁਪਏ ਸਰਕਾਰ ਦੇ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਕਲੀਅਰ ਨਹੀਂ ਕੀਤੇ ਗਏ, ਜਿਸ ਕਾਰਨ ਇਸ ਸਕੀਮ ਨੂੰ ਚਾਲੂ ਰੱਖਣ ਤੋਂ ਹੁਣ ਮਨਾ ਕਰ ਦਿੱਤਾ ਗਿਆ। ਤਾਂ IAMA ਦੇ ਪੰਜਾਬ ਦੇ ਪ੍ਰੈਜ਼ੀਡੈਂਟ ਮੇਰੇ ਨਾਲ ਪਰਮਜੀਤ ਮਾਨ ਮੌਜੂਦ ਹੈਗੇ ਨੇ, ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੱਥੇ ਮਸਲਾ ਇਹ ਅੜਿਆ ਹੋਇਆ, ਕਿਉਂਕਿ ਜੇਕਰ ਇਹ ਬੰਦ ਸਕੀਮ ਹੁੰਦੀ ਹੈ ਤਾਂ ਨੁਕਸਾਨ ਸਭ ਤੋਂ ਜ਼ਿਆਦਾ ਆਮ ਲੋਕਾਂ ਨੂੰ ਹੋਵੇਗਾ। ਤਾਂ ਸਰ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਕਿੰਨਾ ਸਮਾਂ ਹੋ ਗਿਆ ਸਰਕਾਰ ਨੇ ਤੁਹਾਨੂੰ ਪੇਮੈਂਟ ਨਹੀਂ ਕੀਤੀ ਤਾਂ ਕਿੰਨਾ ਬਕਾਇਆ ਹੈਗਾ? ਇਹ ਸਰ ਪਿਛਲੇ 29 ਦਸੰਬਰ 2021 ਤੋਂ ਬਾਅਦ ਇਹਨਾਂ ਨੇ ਸਾਨੂੰ ਕੋਈ ਪੇਮੈਂਟ ਨਹੀਂ ਕੀਤੀ, ਜਿਸ ਦੇ ਲਈ ਅਸੀਂ ਉਹਨਾਂ ਦੇ ਕੋਲ ਬਾਰ-ਬਾਰ ਜਾ ਕੇ ਰਿਕੁਐਸਟ ਕੀਤੀ। ਹੈਲਥ ਮਿਨਿਸਟਰ ਸਾਹਿਬ ਦੇ ਲੈਵਲ ਤੇ, ਪਿਛਲੀ ਸਰਕਾਰ ਦੇ ਵੇਲੇ ਵੀ ਹੈਲਥ ਸੈਕਟਰੀ ਲੈਵਲ ਤੇ ਹੈਲਥ ਸੈਕਟਰੀ ਬਦਲਦੇ ਰਹੇ, ਹਾਲੇ ਹਰੇਕ ਨੂੰ ਅਸੀਂ ਮਿਲਦੇ ਰਹੇ। ਸਟੇਟ ਹੈਲਥ ਏਜੰਸੀ ਨੂੰ ਰਿਕੁਐਸਟ ਕਰਦੇ ਰਹੇ, ਉਹ ਕਹਿੰਦੇ ਜੀ ਕਿ ਸਰਕਾਰ ਨੇ ਦੇਣੀ ਆ। ਫਿਰ ਸਾਨੂੰ ਆਸ ਸੀ ਕਿ ਨਵੀਂ ਸਰਕਾਰ ਤੋਂ ਇਨ ਬਿਟਵੀਨ, ਜਦੋਂ ਸਰਕਾਰ ਕੋਈ ਵੀ ਨਹੀਂ ਸੀ, ਇਲੈਕਸ਼ਨ ਪੀਰੀਅਡ ਚੱਲਦਾ ਸੀ, ਅਸੀਂ ਇਸ ਕਰਕੇ ਨਹੀਂ ਬੰਦ ਕੀਤੀ ਕਿ ਜਾਈਏ ਕਿਹਦੇ ਕੋਲ, ਪਰ ਅਸੀਂ ਲੋਕਾਂ ਨੂੰ ਇਲਾਜ ਤੋਂ ਵੀ ਵਾਂਝਾ ਨਹੀਂ ਸੀ ਰੱਖਣਾ ਚਾਹੁੰਦੇ, ਇਸ ਕਰਕੇ ਅਸੀਂ ਕੰਮ ਕਰਦੇ ਰਹੇ ਵਿਦਆਊਟ ਗੈਟਿੰਗ ਦਾ ਪੇਮੈਂਟਸ। ਫਿਰ ਨਵੀਂ ਸਰਕਾਰ ਬਣੀ, ਅਸੀਂ ਇਹਨਾਂ ਕੋਲ ਗਏ ਤੇ ਕਹਿੰਦੇ ਜੀ ਸਾਨੂੰ ਥੋੜ੍ਹਾ ਟਾਈਮ ਦਿਓ, ਅਸੀਂ ਸਟੱਡੀ ਵੀ ਕਰ ਰਹੇ ਹਾਂ ਤੇ ਅਸੀਂ ਇਸ ਇਸ਼ੂ ਤੇ ਛੇਤੀ ਤੋਂ ਛੇਤੀ ਤੁਹਾਡਾ ਇਹ ਇਸ਼ੂ ਐਡਰੈਸ ਕਰਾਂਗੇ। ਬਟ 4 ਵਾਰੀ ਸਾਡੀ ਹੈਲਥ ਸੈਕਟਰੀ ਸਾਹਿਬ ਨਾਲ, 3 ਵਾਰੀ ਹੈਲਥ ਮਿਨਿਸਟਰ ਸਾਹਿਬ ਨਾਲ ਅਸੀਂ ਰਿਕੁਐਸਟ ਕਰ ਚੁੱਕੇ ਹਾਂ। ਹਰ ਵਾਰੀ ਸਾਨੂੰ 10 ਦਿਨ, ਹਫਤਾ, 5 ਦਿਨ ਦੇ ਦਿਓ, ਅਸੀਂ ਤੁਹਾਡੇ ਇਹ ਸਾਰੀਆਂ ਪੇਮੈਂਟਸ ਕਲੀਅਰ ਕਰ ਦਿਆਂਗੇ। ਬਟ ਅਜੇ ਤੱਕ 250 ਕਰੋੜ ਰੁਪਈਆ ਜਮ੍ਹਾਂ ਹੋ ਗਿਆ ਸਰਕਾਰ ਕੋਲ, ਜਿਹਦੇ ਕਰਕੇ ਕਿ ਖਾਸ ਕਰਕੇ ਛੋਟੇ ਅਤੇ ਮੀਡੀਅਮ ਸਾਈਜ਼ ਹੌਸਪੀਟਲ ਦੇ ਲਈ ਇਹ ਕੰਮ ਕਰਨਾ ਬਹੁਤ ਔਖਾ ਹੋ ਗਿਆ, ਕਿਉਂਕਿ ਉਹਨਾਂ ਨੇ ਵੀ ਗਾਂ ਆਪਣੇ ਬਿਲਸ ਵੀ ਦੇਣੇ ਹੁੰਦੇ ਨੇ, ਸਟਾਫ ਨੂੰ ਪੇਮੈਂਟਸ ਵੀ ਕਰਨੀਆਂ ਹੁੰਦੀਆਂ ਨੇ, ਮੈਡੀਸਨ, ਇੰਪਲਾਂਟਸ ਵਗੈਰਾ ਜਿਹੜੇ ਕਿ ਹੱਡੀਆਂ ਦੇ ਵਿੱਚ ਪੈਂਦੇ ਨੇ, ਉਹਨਾਂ ਦਾ ਬਿੱਲ ਵੀ ਕਲੀਅਰ ਕਰਨੇ ਹੁੰਦੇ ਨੇ। ਪਰ ਇਹ ਨੌਨ ਪੇਮੈਂਟ ਕਰਕੇ ਫਿਰ ਉਹ ਮਤਲਬ ਕਿ ਕਿਉਂਕਿ ਅਸੀਂ ਅਨਏਬਲ ਹਾਂ ਉਹਨਾਂ ਨੂੰ ਪੇਮੈਂਟਸ ਕਰਨ ਦੇ, ਕਿਉਂਕਿ ਸਾਡੇ ਕੋਲ ਹੀ ਨਹੀਂ ਆ ਰਹੀ ਤਾਂ ਅਸੀਂ ਕਿੱਥੋਂ ਦੇਵਾਂਗੇ, ਇਸ ਕਰਕੇ ਸਾਨੂੰ ਇਹ ਹਾਰਸ਼ ਸਟੈਪ ਲੈਣਾ ਪਿਆ। ਅੱਛਾ, ਤੁਹਾਨੂੰ ਕਾਰਨ ਕੀ ਲੱਗਦਾ ਕਿ ਸਰਕਾਰ ਚੇਂਜ ਹੋਈ ਹੈ ਉਹਦੇ ਕਰਕੇ ਪੇਮੈਂਟਾਂ ਰੁਕ ਗਈਆਂ ਨੇ ਕਿ ਜਾਂ ਜਾਣਬੁੱਝ ਕੇ ਪੈਸਾ ਨਹੀਂ ਹੈਗਾ ਸਰਕਾਰ ਕੋਲ ਤਾਂ ਕਰਕੇ ਹਰਾਸਮੈਂਟ ਹੋ ਰਹੀ ਹੈ? ਇਸ 'ਤੇ ਅਸੀਂ ਕੋਈ ਸਰਕਾਰ ਦੇ ਲੈਵਲ 'ਤੇ ਤਾਂ ਟਿੱਪਣੀ ਨਹੀਂ ਕਰਨਾ ਚਾਹੁੰਦੇ। ਸਰਕਾਰ ਜਿਹੜੀ ਮਰਜ਼ੀ ਹੋਵੇ, A ਦੀ ਹੋਵੇ, B ਦੀ ਹੋਵੇ, C ਦੀ ਹੋਵੇ, ਜਿਹੜਾ ਮਰਜ਼ੀ ਹੈਲਥ ਮਿਨਿਸਟਰ ਹੋਵੇ, ਬਟ ਅਸੀਂ ਚਾਹੁੰਦੇ ਕਿ ਸਾਡਾ ਇਸ਼ੂ ਐਡਰੈਸ ਕਰੋ। ਪਰ ਜੇ ਪੈਸਾ ਨਾ ਹੋਵੇ ਤਾਂ ਬਾਕੀ ਕੰਮ ਇਹ ਕਿਵੇਂ ਕਰ ਰਹੇ ਨੇ? ਰੋਜ਼ ਡਿਕਲੇਅਰ ਕਿਵੇਂ ਕਰਦੇ ਨੇ? ਬਾਕੀ ਫਰੀਬੀਜ਼ ਕਿਵੇਂ ਦੇਈ ਜਾਂਦੇ ਨੇ? ਅਸੀਂ ਇਹ ਵੀ ਕਰਾਂਗੇ, ਅਸੀਂ ਉਹ ਵੀ ਕਰਾਂਗੇ। ਬਟ ਜਿਹੜਾ ਕੰਮ ਅਸੀਂ ਕੀਤਾ ਹੋਇਆ ਉਹਦੇ ਤੁਸੀਂ ਸਾਨੂੰ ਪੈਸੇ ਨਹੀਂ ਦੇ ਰਹੇ, ਹੋਰ ਫਰੀਬੀਜ਼ ਰੋਜ਼ ਡਿਕਲੇਅਰ ਕਰੀ ਜਾ ਰਹੇ ਹੋ। ਸਾਨੂੰ ਕਿਸੇ ਮਾਡਲ ਤੱਕ ਨਹੀਂ ਮਤਲਬ, ਸਾਨੂੰ ਕਿਸੇ ABC ਪਾਰਟੀ ਤੱਕ ਨਹੀਂ ਮਤਲਬ, ਸਾਨੂੰ ਕਿਹਦੀ ਸਰਕਾਰ ਹੈ ਸਾਨੂੰ ਇਸ ਗੱਲ ਤੱਕ ਨਹੀਂ ਮਤਲਬ। ਅਸੀਂ ਕੰਮ ਕੀਤਾ ਹੋਇਆ, ਸਾਡੀ ਪੇਮੈਂਟ ਸਾਨੂੰ ਹੋਵੇ ਤਾਂ ਕਿ ਅਸੀਂ ਆਪਣੀਆਂ ਸਰਵਿਸਿਜ਼ ਕੰਟੀਨਿਊ ਕਰ ਰੱਖੀਏ। ਭੁੱਖੇ ਪੇਟ ਤਾਂ ਕਹਿੰਦੇ ਪੂਜਾ ਵੀ ਨਹੀਂ ਹੁੰਦੀ। ਅੱਛਾ, ਲੱਖਾਂ ਲੋਕ ਹੈਗੇ ਨੇ ਜਿਹੜੇ ਇਲਾਜ ਕਰਵਾਉਂਦੇ ਨੇ ਆਯੁਸ਼ਮਾਨ ਦੇ ਤਹਿਤ, ਤੇ ਜੇਕਰ ਸਰਕਾਰ ਹੁਣ ਪੇਮੈਂਟ ਨਹੀਂ ਕਲੀਅਰ ਕਰਦੀ ਤਾਂ ਉਹ ਫਿਰ ਆਮ ਲੋਕਾਂ ਨੂੰ ਨੁਕਸਾਨ ਹੋਏਗਾ ਇਹਦਾ? ਤਾਂ ਬਿਲਕੁਲ ਮੈਂ ਬਾਰ-ਬਾਰ ਇਸੇ ਕਰਕੇ ਸਾਡੀ IAMA ਇਸੇ ਕਰਕੇ ਬਾਰ-ਬਾਰ ਇਹਨਾਂ ਕੋਲ ਜਾਂਦੀ ਰਹੇ ਕਿ ਅਸੀਂ ਇਹ ਹਾਰਸ਼ ਸਟੈਪ ਨਹੀਂ ਸੀ ਲੈਣਾ ਚਾਹੁੰਦੇ, ਕਿਉਂਕਿ ਪਬਲਿਕ ਇੰਟਰਸਟ ਦੇ ਵਿੱਚ ਇਹ ਸਕੀਮ ਗਰੀਬ ਲੋਕਾਂ ਦਾ ਇਲਾਜ ਹੋ ਰਿਹਾ। ਬਟ ਹੁਣ ਸਰਕਾਰ ਜਦ ਦਿੰਦੀ ਕੁਛ ਨਹੀਂ, ਅਸੀਂ ਕਿਸ ਤਰ੍ਹਾਂ, ਜਿਵੇਂ ਮੈਂ ਕਿਹਾ ਕਿ ਭੁੱਖੇ ਪੇਟ ਤਾਂ ਪੂਜਾ ਵੀ ਨਹੀਂ ਹੁੰਦੀ। ਅਸੀਂ ਨਹੀਂ ਮਤਲਬ ਕਿ ਆਪਣਾ
ਖਰਚਾ ਚੱਕ ਪਾਉਂਦੇ, ਅਸੀਂ ਪੇਮੈਂਟਸ ਨਹੀਂ ਕਰ ਪਾਉਂਦੇ ਜਿਨ੍ਹਾਂ ਦੀਆਂ ਸਾਡੇ ਵੱਲ ਡਿਊ ਨੇ ਪੇਮੈਂਟਸ, ਤਾਂ ਅਸੀਂ ਫਰਦਰ ਇਹਨੂੰ ਕੰਟੀਨਿਊ ਕਿਵੇਂ ਕਰ ਸਕਦੇ ਹਾਂ। ਔਰ ਹਾਲੇ ਤੱਕ ਕੋਈ ਆਸ ਨਹੀਂ ਹੈ। ਜਦੋਂ ਤੱਕ ਸਾਨੂੰ ਆਸ ਦਿੰਦੇ ਰਹੇ ਕਿ ਕਰ ਦਿਆਂਗੇ ਜੀ, ਸਾਨੂੰ ਸੈਟਲ ਹੋ ਲੈਣ ਦਿਓ, ਹੁਣ ਨਵੀਂ ਸਰਕਾਰ ਬਣੀ ਆ, ਅਸੀਂ ਇਸ ਇਸ਼ੂ ਨੂੰ ਤੁਹਾਡੇ ਨੂੰ ਜਲਦੀ ਤੋਂ ਜਲਦੀ ਐਡਰੈਸ ਕਰਦੇ ਹਾਂ, ਬਟ ਕੁਛ ਨਹੀਂ ਹੋਇਆ। ਇਸ ਕਰਕੇ ਸਾਨੂੰ ਇਹ ਹਾਰਡ ਸਟੈਪ ਲੈਣਾ ਪਿਆ। ਅੱਛਾ, ਤਰਕ ਇਹੀ ਦਿੱਤਾ ਜਾਂਦਾ ਕਿ ਅਜੇ ਅਸੀਂ ਨਵੀਂ ਸਰਕਾਰ ਬਣੀ ਆ ਤੇ ਅਜੇ ਸੈਟਲ ਹੋਣਾ। ਉਹ ਸ਼ੁਰੂ 'ਚ ਸੀ ਜੀ, ਹੁਣ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲ ਰਿਹਾ। ਤੇ ਅੱਛਾ, ਫਿਰ ਹੁਣ ਤੁਸੀਂ ਕਦੋਂ ਤੋਂ ਇਹ ਸਕੀਮ ਰੋਕ ਰਹੇ ਹੋ? ਅਸੀਂ ਸੋਮਵਾਰ ਤੋਂ ਜੀ। ਅੱਛਾ, ਸੋਮਵਾਰ ਤੋਂ, ਜਾਣੀ ਕਿ ਜੇਕਰ ਕੋਈ ਆਯੁਸ਼ਮਾਨ ਦੇ ਤਹਿਤ ਇਲਾਜ ਕਰਵਾਉਣਾ ਚਾਹੁੰਦਾ ਤਾਂ ਉਹਦੀ ਫਾਈਲ ਨਹੀਂ ਫੜੀ ਜਾਏਗੀ। ਉਹ ਫਾਈਲ ਨਹੀਂ ਬਣੂਗੀ। ਹੁਣ ਦੇਖਦੇ ਆਪਾਂ ਕਿ ਬਹੁਤ ਸਾਰੇ ਲੋਕਾਂ ਦੇ ਆਯੁਸ਼ਮਾਨ ਕਾਰਡ ਬਣੇ ਹੋਏ ਨੇ, ਜ਼ਿਆਦਾਤਰ ਗਿਣਤੀ ਦੇ ਵਿੱਚ। ਕਿੰਨੇ ਹਸਪਤਾਲ ਹੈਗੇ ਨੇ ਪ੍ਰਾਈਵੇਟ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਲਾਜ ਕਰਵਾਉਣ ਦੇ ਲਈ ਲੋਕ ਜਾਂਦੇ, ਤੇ ਲੋਕਾਂ ਦੀ ਮਰੀਜ਼ਾਂ ਦੀ ਤਾਦਾਦ ਕਿੰਨੀ ਕੁ ਹੈਗੀ ਰੂਟੀਨ? ਦੇਖੋ 700 ਦੇ ਕਰੀਬ ਹਸਪੀਟਲ ਇਹ ਕਰ ਰਿਹਾ। ਇਹ ਡਾਟਾ ਕੱਢਣਾ ਤਾਂ ਬੜਾ ਮੁਸ਼ਕਿਲ ਹੈ ਕਿ ਰੋਜ਼ ਦੇ ਕਿੰਨੇ ਆਉਂਦੇ ਨੇ। ਕਈ ਵਾਰੀ ਵੱਧ ਵੀ ਹੋ ਜਾਂਦੇ ਨੇ, ਕਈ ਵਾਰੀ ਘੱਟ ਵੀ ਹੋ ਜਾਂਦੇ ਨੇ, ਪਰ ਹਰੇਕ ਹਸਪੀਟਲ ਦੇ ਵਿੱਚ 1 2 3 ਰੋਜ਼ ਮਰੀਜ਼ ਇਲਾਜ ਹੁੰਦਾ ਹੀ ਹੈ। ਅੱਛਾ, ਡਿਪੈਂਡਿੰਗ ਅਪਨ ਦਾ ਸਾਈਜ਼ ਆਫ ਦਾ ਹਸਪੀਟਲ। ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਸਿਹਤ ਮਾਡਲ ਲੈ ਕੇ ਆਵਾਂਗੇ, ਚੰਗੀ ਸਿਹਤ ਸੁਵਿਧਾ ਜਿਹੜੀ ਦੇਵਾਂਗੇ, ਪਰ ਜੇਕਰ ਇਸ ਤਰੀਕੇ ਦੇ ਨਾਲ ਪੇਮੈਂਟਾਂ ਰੁਕਣ ਲੱਗ ਗਈਆਂ ਤਾਂ ਇਹ ਸਿਹਤ ਸੁਵਿਧਾ ਤਾਂ ਖਿਲਵਾੜ ਹੁੰਦਾ ਨਜ਼ਰ ਆਊਗਾ। ਫਿਰ ਇਹਦੀ ਜ਼ਿੰਮੇਵਾਰ ਤਾਂ ਫਿਰ ਸਰਕਾਰ ਹੀ ਹੋਊਗੀ ਜੀ। ਜੇ ਹੁਣ ਤੁਸੀਂ ਕੀਤੇ ਕੰਮ ਦੇ ਪੈਸੇ ਨਹੀਂ ਦੇ ਰਹੇ, ਮਜ਼ਦੂਰ ਨੂੰ ਤੁਸੀਂ ਮਜ਼ਦੂਰੀ ਨਹੀਂ ਦੇ ਰਹੇ, ਤਾਂ ਉਹ ਕਿਵੇਂ ਕੰਮ ਕਰੂਗਾ ਜੀ? ਅੱਛਾ, ਇੰਨੇ ਮਹਿੰਗੇ ਇਲਾਜ ਹੈਗੇ ਨੇ ਤਾਂ ਇਹ ਰੇਸ਼ੋ ਦੇ ਹਿਸਾਬ ਦੇ ਨਾਲ ਦਿੰਦੇ ਨੇ, ਤਾਂ ਆਮ ਲੋਕਾਂ ਦੇ ਲਈ ਇਹ ਇਲਾਜ ਕਰਵਾਉਣਾ ਔਖਾ ਹੋ ਜਾਊਗਾ ਜੇਕਰ ਸਕੀਮ ਬੰਦ ਹੋਊਗੀ। ਬਿਲਕੁਲ ਮੁਸ਼ਕਿਲ ਹੋਊਗਾ ਜੀ, ਬਿਲਕੁਲ ਮੁਸ਼ਕਿਲ ਹੋਊਗਾ। ਅੱਛਾ, ਤੁਹਾਡੀ ਹੁਣ ਲਾਸਟ ਗੱਲ ਹੋਈ ਹੈ ਸਟੈਪ ਲੈਣ ਤੋਂ ਪਹਿਲਾਂ ਸਰਕਾਰ ਦੇ ਨਾਲ ਜਾਂ ਸਿਹਤ ਮੰਤਰੀ ਦੇ ਨਾਲ? 15 ਦਿਨ ਪਹਿਲਾਂ ਹੋਈ ਸੀ ਜੀ। ਉਹਨਾਂ ਨੇ ਕਿਹਾ ਸੀ 3 ਦਿਨ ਲਈ ਤੁਸੀਂ 3 ਦਿਨ ਤੱਕ ਅਸੀਂ ਕਰ ਦਿਆਂਗੇ, ਬਟ ਉਸ ਤੋਂ ਬਾਅਦ ਕੋਈ ਫਾਈਨੈਂਸ ਸੈਕਟਰੀ ਵੱਲੋਂ ਸਾਨੂੰ ਐਸ਼ੋਰੈਂਸ ਨਹੀਂ, ਕੋਈ ਸਰਕਾਰ ਵੱਲੋਂ ਐਸ਼ੋਰੈਂਸ ਨਹੀਂ। ਅਸੀਂ ਪ੍ਰੈਸ ਦੇ ਵਿੱਚ ਵੀ ਵਾਰ-ਵਾਰ ਦਿੰਦੇ ਰਹੇ ਹਾਂ, ਬਟ ਸਾਨੂੰ ਕੋਈ ਇਸ ਚੀਜ਼ ਦਾ ਹੱਲ ਨਹੀਂ ਮਿਲਿਆ। ਅੱਛਾ, ਵੈਸੇ ਪੇਮੈਂਟ ਦਾ ਪ੍ਰੋਸੈਸ ਕੀ ਹੁੰਦਾ ਜਦੋਂ ਮਰੀਜ਼ ਇਲਾਜ ਕਰਵਾ ਕੇ ਜਾਂਦਾ? ਤੁਹਾਨੂੰ ਕਿੰਨੇ ਦਿਨਾਂ ਬਾਅਦ ਪੇਮੈਂਟ ਆ ਜਾਂਦੀ ਹੈ? ਉਹ ਦੇ ਆਰ ਸਪੋਜ਼ ਟੂ ਗਿਵ ਵਿਦਨ 15 ਡੇਜ਼। 15 ਦਿਨ ਦੇ ਵਿੱਚ ਨਹੀਂ ਆਈ ਤਾਂ ਉਸ ਤੋਂ ਬਾਅਦ ਤੁਹਾਨੂੰ 1% ਇੰਟਰਸਟ ਮਿਲੂਗਾ। ਇਹ MOU ਦੇ ਵਿੱਚ ਜਿਹੜਾ ਮੈਟਰ ਆਫ ਅੰਡਰਸਟੈਂਡਿੰਗ ਸਾਈਨ ਹੋਏ ਆ, ਉਹਦੇ ਵਿੱਚ ਲਿਖਿਆ ਹੋਇਆ। ਅਸੀਂ ਕਹਿੰਦੇ ਹਾਂ ਇੰਟਰਸਟ ਵੀ ਨਹੀਂ ਦਿਓ, ਸਾਡਾ ਮੂਲ ਹੀ ਦੇ ਦਿਓ, ਉਹ ਵੀ ਨਹੀਂ ਦੇ ਰਹੇ। ਕੋਈ ਅੱਗੇ ਆਸ ਨਜ਼ਰ ਆਉਂਦੀ ਕੋਈ? ਦੇਖੋ ਹੁਣ ਅਸੀਂ ਆ ਜਿਹੜਾ ਹਾਰਡ ਸਟੈਪ ਲਿਆ, ਇਹ ਤੋਂ ਬਾਅਦ ਦੇਖਦੇ ਹਾਂ ਕੀ ਕਰਦੇ ਆ, ਪਰ ਅਸੀਂ ਕੋਈ ਅੜੀਅਲ ਨਹੀਂ ਵਤੀਰਾ ਅਪਣਾਉਣਾ, ਕੋਈ ਐਡਮੈਂਟ ਨਹੀਂ ਹੈ ਕਿ ਜਦੋਂ ਸਰਕਾਰ ਸਾਨੂੰ ਸੱਦੂਗੀ ਅਸੀਂ ਜਾਵਾਂਗੇ ਤੇ ਅਸੀਂ ਆਪਣੀਆਂ ਸਰਵਿਸਿਜ਼ ਫਿਰ ਕੰਟੀਨਿਊ ਕਰਾਂਗੇ, ਬਟ ਪਹਿਲਾਂ ਸਾਡਾ ਇਸ਼ੂ ਇਹ ਐਡਰੈਸ ਕਰ। ਠੀਕ ਹੈ ਸਰ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ IMA ਦਾ ਜਿਹੜਾ ਉਹ ਫੈਸਲਾ ਹੈਗਾ ਕਿ ਸੋਮਵਾਰ ਤੋਂ ਜਿਹੜੀ ਆ ਆਯੁਸ਼ਮਾਨ ਸਕੀਮ ਬੰਦ ਕਰ ਦਿੱਤੀ ਜਾਏਗੀ। ਇਹਨਾਂ ਦੇ ਵੱਲੋਂ ਕੋਈ ਵੀ ਇਲਾਜ ਜਿਹੜਾ ਆਯੁਸ਼ਮਾਨ ਦੇ ਤਹਿਤ ਨਹੀਂ ਕੀਤਾ ਜਾਵੇਗਾ, ਕਿਉਂਕਿ 225 ਕਰੋੜ ਰੁਪਏ ਦੇ ਕਰੀਬ ਜਿਹੜਾ ਪੈਸਾ ਸਰਕਾਰ ਦੇ ਵੱਲ ਫਸਿਆ ਹੋਇਆ, ਸਰਕਾਰ ਦੇ ਵੱਲੋਂ ਅਜੇ ਤੱਕ ਕਲੀਅਰ ਨਹੀਂ ਕੀਤਾ ਜਾ ਰਿਹਾ। 5 ਮਹੀਨਿਆਂ ਤੋਂ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਲਾਰਾ ਲਗਾਇਆ ਜਾ ਰਿਹਾ, ਪਰ ਜੇਕਰ ਇਹ ਸਕੀਮ ਇਸ ਤਰੀਕੇ ਦੇ ਨਾਲ ਰੁਕਦੀ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਲੋੜਵੰਦ ਆਮ ਨਾਗਰਿਕਾਂ ਨੂੰ ਹੋਏਗਾ, ਜਿਹੜੇ ਇੱਕ ਆਸ ਦੇ ਤਹਿਤ ਆਮ ਆਦਮੀ ਪਾਰਟੀ ਤੋਂ ਕਈ ਆਸਾਂ ਲੈ ਕੇ ਬੈਠੇ ਹੋਏ ਨੇ ਕਿ ਸ਼ਾਇਦ ਹੁਣ ਮਾਡਲ ਬਦਲੇਗਾ, ਇਲਾਜ ਮੁਫਤ ਦੇ ਵਿੱਚ ਹੋਣਗੇ। ਪਰ ਜਿਹੜੇ ਮੁਫਤ ਦੇ ਵਿੱਚ ਇਲਾਜ ਹੁੰਦੇ ਸੀਗੇ ਉਹ ਵੀ ਹੁਣ ਜਿਹੜੇ ਬੰਦ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਸਰਕਾਰ ਦੇ ਵੱਲੋਂ ਬਕਾਇਆ ਕਲੀਅਰ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਜਿਹੜਾ ਵੱਡਾ ਸਵਾਲ ਇਹ ਹੈ ਕਿ ਸਰਕਾਰ ਨੂੰ ਇਸ ਮਸਲੇ ਦੇ ਉੱਪਰ ਧਿਆਨ ਦੇਣਾ ਚਾਹੀਦਾ, ਕਿਉਂਕਿ ਜੇਕਰ ਇਹ ਸਕੀਮ ਬੰਦ ਹੋਈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਆਮ ਲੋਕਾਂ ਨੂੰ ਹੋਵੇਗਾ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ।